खबर आ रही है हरियाणा सिख गुरुद्वारा प्रबंधक कमेटी के प्रधान बलजीत सिंह दादूवाल ਅਤੇ ਹੋਰਾਂ ਜਥੇਬੰਦੀਆਂ ਵੱਲੋਂ ਸ਼੍ਰੀ ਦਰਬਾਰ ਸਾਹਿਬ ਦੇ ਬਾਹਰ ਗੋਲਡਨ ਪਲਾਜ਼ਾ ਵਿਖੇ ਸਾਬਕਾ ਆਈਈਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਗੋਲਡ ਮੈਡਲ ਨਾਲ ਸਨਮਾਨਿਤ ਕੀਤਾ ਗਿਆ। ਬੀਤੀ ਦਿਨੀ ਹਾਈ ਕੋਰਟ ਵੱਲੋਂ ਕੁੰਵਰ ਵਿਜੇ ਪ੍ਰਤਾਪ ਦੀ ਸੀਟ ਵੱਲੋਂ ਜਾਰੀ ਰਿਪੋਰਟ ਨੂੰ ਨਕਾਰਦਿਆਂ ਜਿੱਥੇ ਕੇਸ ਨੂੰ ਖਾਰਜ ਕੀਤਾ ਗਿਆ ਸੀ, ਉਸ ਦੇ ਰੋਸ ਵਜੋਂ ਕੁੰਵਰ ਵਿਜੇ ਪ੍ਰਤਾਪ ਨੇ ਆਪਣੀ ਆਈਈਜੀ ਦੇ ਅਹੁਦੇ ਅਤੇ ਸਰਵਿਸ ਤੋਂ ਅਸਤੀਫਾ ਦੇ ਦਿੱਤਾ ਸੀ, ਜਿਸ ਤੋਂ ਬਾਅਦ ਸਿੱਖ ਜਥੇਬੰਦੀਆਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਬਰਗਾੜੀ ਕਾਂਡ ਦੀ ਨਿਰਪੱਖ ਜਾਂਚ ਕਰਨ ਵਾਲੇ ਨਿਰਧੜਕ ਸਾਬਕਾ ਆਈਈਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਦਾ ਸਨਮਾਨ ਕਰਨ ਦਾ ਮਨ ਬਣਾਇਆ ਸੀ। ਇਸ ਤੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਾਬਾ ਬਲਜੀਤ ਸਿੰਘ ਦਾਦੂਵਾਲ ਨੇ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੇ ਬਾਹਰ ਬਣੇ ਗੋਲਡਨ ਪਲਾਜ਼ਾ ਵਿਖੇ ਸੰਖੇਪ ਜਿਹੇ ਇਕੱਠ ਕਰਕੇ ਗੋਲਡ ਮੈਡਲ ਨਾਲ ਸਨਮਾਨਿਤ ਕੀਤਾ ਗਿਆ। ਅੰਮ੍ਰਿਤਸਰ ਤੋਂ ਪ੍ਰੀਤ ਦੀ ਰਿਪੋर्ट ਲਾਈਵ ਭਾਰਤ। कितना वेखते हैं जी शुरू तो लैके अज 5 साल तो पहले गल करी जिद्दां दी सरकार बनी है जी उदों तो लैके हुण तक देखो जो बेअदबी हुई ना तो सानू मौके की सरकार नूं असीं मजबूर किया कि सानू इंसाफ दो, पर मौके की सरकार जिहड़ी सी बादलों की उन्होंने इंसाफ नहीं दिता। 1.5 साल उन्होंने अपने बनाए कमिशन ते भी भरोसा नहीं सी, उन्होंने केवल गोंगलूआं तो मिट्टी झाड़ी। कैप्टन ने कहा मैनू बनाओ तो मैं दोषियों नूं जेल दीआं सलाखां पिछे डकांगा। ਉਹਦੇ ਤੇ ਪੰਜਾਬ ਦੇ ਲੋਕਾਂ ਨੇ ਭਰੋਸਾ ਕਰਕੇ ਕੈਪਟਨ ਅਮਰਿੰਦਰ ਸਿੰਘ ਨੂੰ ਲਿਆਂਦਾ। 4 ਸਾਲ ਉਹਨੇ ਵੀ ਉਲਝਣ ਤਾਣੀ 'ਚ ਪਾ ਦਿੱਤਾ ਬੇਅਦਬੀ ਦਾ ਇਨਸਾਫ। ਹੁਣ ਜਿਹੜਾ ਤੁਹਾਡੇ ਸਾਹਮਣੇ ਆ ਕਿ ਜਾਂਚ ਕਮਿਸ਼ਨ ਦੀ ਰਿਪੋਰਟ ਸਬਮਿਟ ਹੋਣ ਤੋਂ ਬਾਅਦ ਵਿਧਾਨ ਸਭਾ 'ਚ ਸੈਸ਼ਨ ਕਰਕੇ ਸਿੱਟ ਬਣਾਈ। ਕਈ ਅਫਸਰ ਪਛਾਣ ਹਟ ਗਏ ਕਿਉਂਕਿ ਵੱਡੇ ਮਗਰਮੱਛਾਂ ਦੀ ਜਾਂਚ ਕਰਨੀ ਸਮੇਤ ਸੈਣੀ ਬਾਦਲਾਂ ਵਰਗਿਆਂ ਦੀ, ਤਾਂ ਇੱਕ ਅਫਸਰ ਨੇ ਤਹਈਆ ਕੀਤਾ, ਬੜੀ ਵਿਵਾਕੀ ਤੇ ਨਿਡਰਤਾ ਨਾਲ ਉਹਨੇ ਜਾਂਚ ਕੀਤੀ। ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਜਦੋਂ ਉਹਨੇ ਦਿਨ ਰਾਤ ਮਿਹਨਤ ਕਰਕੇ ਜਾਂਚ 9 ਚਲਾਨ ਪੇਸ਼ ਕੀਤੇ, 10ਵਾਂ ਪੇਸ਼ ਕਰਨਾ ਹੀ ਵੱਡੇ ਮਗਰਮੱਛ ਫਸਦੇ ਨਜ਼ਰ ਆਏ ਤਾਂ ਉਹਨਾਂ ਨੇ ਜਾਂਚ ਵੀ ਰੱਦ ਤੇ ਆਈਜੀ ਕੁੰਵਰ ਵਿਜੇ ਪ੍ਰਤਾਪ ਵੀ ਪਾਸੇ ਕਰ ਦਿੱਤਾ। ਭ੍ਰਿਸ਼ਟ ਲੀਡਰਸ਼ਾਹੀ ਤੇ ਅਫਸਰਸ਼ਾਹੀ ਰਲ ਗਈ, ਨਿਆਂਪਾਲਿਕਾ ਵੀ ਸਵਾਲਾਂ ਦੇ ਘੇਰੇ 'ਚ ਆ ਗਈ। ਅੱਜ ਅਸੀਂ ਜਦੋਂ ਕੁੰਵਰ ਵਿਜੇ ਪ੍ਰਤਾਪ ਨੂੰ ਸਮੇਂ ਦੀਆਂ ਸਰਕਾਰਾਂ ਨੇ, ਹਾਕਮਾਂ ਨੇ, ਦੋਸ਼ੀਆਂ ਨੇ ਅਪਮਾਨਿਤ ਕੀਤਾ ਤਾਂ ਅਸੀਂ ਪੰਥ ਵੱਲੋਂ ਉਹਦਾ ਸਨਮਾਨ ਗੋਲਡ ਮੈਡਲ ਸੇਵਾ ਸਨਮਾਨ ਦੇ ਨਾਲ ਅੱਜ ਗੁਰੂ ਰਾਮਦਾਸ ਦੇ ਦਰ ਤੇ ਪੰਥ ਵੱਲੋਂ ਔਰ ਗੈਰ ਪੰਥਕ ਇਨਸਾਫ ਪਸੰਦ ਲੋਕਾਂ ਵੱਲੋਂ ਹਿੰਦੂ ਵੀਰ ਵੀ ਮੁਸਲਮਾਨ ਵੀਰ ਵੀ ਇੱਥੇ ਆਏ ਤੇ ਸਾਂਝੇ ਤੌਰ ਤੇ ਉਹਦਾ ਸਨਮਾਨ ਕੀਤਾ। ਔਰ ਇਨਸਾਫ ਦੀ ਲੜਾਈ ਸਾਡੀ ਜਾਰੀ ਹੈ। ਅਜੇ ਵੀ ਇਹ ਨਹੀਂ ਹੈ ਕਿ ਕੁੰਵਰ ਵਿਜੇ ਪ੍ਰਤਾਪ ਦਾ ਸਨਮਾਨ ਹੋ ਗਿਆ ਤੇ ਇਨਸਾਫ ਦੀ ਲੜਾਈ ਮੁੱਕ ਗਈ, ਨਹੀਂ। ਜਿਨ੍ਹਾਂ ਨੇ ਵੀ ਚੰਗਾ ਕੀਤਾ ਅਸੀਂ ਉਹਨਾਂ ਦਾ ਸਨਮਾਨ ਕੀਤਾ, ਹੋਰ ਵੀ ਕਰਾਂਗੇ ਜਿਹੜੇ ਚੰਗਾ ਕਰ ਰਹੇ ਆ ਇਸ ਦੇ ਵਿੱਚ, ਜਿਹੜੇ ਸਾਨੂੰ ਇਨਸਾਫ ਦਿਵਾਉਣਾ ਚਾਹੁੰਦੇ ਆ। ਕੈਪਟਨ ਅਮਰਿੰਦਰ ਸਿੰਘ ਨੂੰ ਮਜਬੂਰ ਕਰਾਂਗੇ ਇਨਸਾਫ ਦੇਣ ਤੇ ਭੱਜਣ ਨਹੀਂ ਦਿੰਦੇ। ਅਜੇ 5-7 ਮਹੀਨੇ ਪਏ ਆ, ਸਿੱਖ ਜਥੇਬੰਦੀਆਂ ਦੀਆਂ ਮੀਟਿੰਗਾਂ ਚੱਲ ਰਹੀਆਂ ਨੇ, ਸਲਾਹ ਮਸ਼ਵਰਾ ਹੋ ਰਿਹਾ। ਇਨਸਾਫ ਦੀ ਲੜਾਈ 'ਚ ਅਸੀਂ ਸਾਰੇ ਇੱਕ ਹਾਂ, ਇਹਦੇ 'ਚ ਕੋਈ ਵਖਰੇਵਾਂ ਨਹੀਂ ਆ। ਸਾਰੇ ਮਹਾਂਪੁਰਸ਼ ਸੰਪਰਦਾਵਾਂ, ਟਕਸਾਲਾਂ, ਅਕਾਲੀ ਦਲ, ਫੈਡਰੇਸ਼ਨਾਂ ਸਾਰੇ ਇੱਕ ਮੰਚ ਤੇ ਇਕੱਠੇ ਹੋਣਗੇ ਤੇ ਗੈਰ ਸਿੱਖ ਇਨਸਾਫ ਪਸੰਦ ਵੀ, ਹਿੰਦੂ ਵੀ, ਮੁਸਲਮਾਨ, ਬੋਧੀ, ਜੈਨੀ ਸਭ ਇੱਕ ਮੰਚ ਤੇ ਆਉਣਗੇ। ਕੈਪਟਨ ਅਮਰਿੰਦਰ ਸਿੰਘ ਨੂੰ ਮਜਬੂਰ ਕੀਤਾ ਜਾਊਗਾ। ਜੇਕਰ ਉਹ ਇਨਸਾਫ ਨਹੀਂ ਦਿੰਦਾ ਤਾਂ ਜਿਵੇਂ ਪੰਥ ਤੇ ਪੰਜਾਬ ਦੇ ਲੋਕਾਂ ਨੇ ਬਾਦਲਾਂ ਨੂੰ ਬਾਦਲ ਨੂੰ ਤੋੜ ਦਿੱਤਾ, ਜਿਹੜੇ 25 ਸਾਲ ਦਾ ਰਾਜ ਕਰਨ ਦਾ ਨਾਅਰਾ ਮਾਰਦੇ ਸੀ, ਉਸੇ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਨੂੰ ਮਹਿੰਦਰਾ ਬਾਗ ਦਾ ਰਾਹ ਵਿਖਾ ਦੇਣਗੇ, ਮੋਤੀ ਮਹਿਲ ਦਾ ਰਾਹ ਵਿਖਾ ਦੇਣਗੇ। ਪੰਜਾਬ ਦੇ ਲੋਕ ਬਰਦਾਸ਼ਤ ਨਹੀਂ ਕਰਨਗੇ ਔਰ ਦੋਸ਼ੀ ਜਿਹੜੇ ਕਟਹਿਰੇ 'ਚ ਜਾਣਗੇ। ਵਾਹਿਗੁਰੂ ਦੀ ਚੱਕੀ ਚੱਲਦੀ ਬੜੀ ਹੌਲੀ ਆ ਪਰ ਪੀਸਦੀ ਬੜਾ ਬਰੀਕ ਆ। ਜਿਹੜੇ ਵੀ ਦੋਸ਼ੀ, ਅਸੀਂ ਪਹਿਲੇ ਦਿਨ ਤੋਂ ਕਿਹਾ ਕੋਈ ਬੇਗੁਨਾਹ ਜਿਹੜਾ ਉਹਨੂੰ ਸਜ਼ਾ ਨਾ ਹੋਵੇ ਤੇ ਗੁਨਾਹਗਾਰ ਬਖਸ਼ਿਆ ਨਾ ਜਾਵੇ। ਜਿਹੜੇ ਗੁਨਾਹਗਾਰ ਆ ਉਹ ਬੱਚੇ ਦੀ ਜ਼ਬਾਨ ਤੇ ਆ, ਉਹਨਾਂ ਨੂੰ ਕੋਈ ਨਹੀਂ ਬਚਾ ਸਕਦਾ। ਬਾਦਲ ਸੌਦਾ ਸਾਧ ਨੂੰ ਬਚਾਉਣ ਲੱਗਿਆ ਸੀ ਤੇ ਬਾਦਲ ਆਪ ਵੀ ਖਾਤੇ 'ਚ ਡਿੱਗ ਪਿਆ ਤੇ ਸੌਦਾ ਸਾਧ ਵੀ ਸੁਨਾਰੀਆ ਜੇਲ੍ਹ 'ਚ ਆ। ਤੇ ਹੁਣ ਜੇ ਬਾਦਲਾਂ ਨੂੰ ਬਚਾਉਣ ਵਾਸਤੇ ਕੈਪਟਨ ਅਮਰਿੰਦਰ ਸਿੰਘ ਲੱਗਾ ਤੇ ਅੱਜ ਉਹ ਵੀ 100 ਤੋਂ 0 ਤੇ ਆ ਗਿਆ। ਜਿਵੇਂ ਕਰੋਨਾ ਕਰਕੇ ਕਿਸਾਨਾਂ ਦੇ ਸੰਘਰਸ਼ ਕਰਕੇ ਲੱਗ ਰਿਹਾ ਸੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਬਣਾ ਰਿਹਾ, ਪਰ ਅੱਜ ਉਹ 0 ਤੇ ਆ ਕੇ ਖੜਾ ਹੋ ਗਿਆ। ਉਹਦੇ ਮੰਤਰੀ ਅਸਤੀਫੇ ਦੇਣ ਲੱਗ ਗਏ, ਉਹਦੇ ਐਮਐਲਏ ਨੇ ਬਗਾਵਤ ਕਰ ਦਿੱਤੀ ਹੈ, ਤੁਹਾਡੇ ਸਾਹਮਣੇ ਆ। ਇਨਸਾਫ ਜਿਹੜਾ ਵੀ ਗੁਰੂ ਗ੍ਰੰਥ ਸਾਹਿਬ ਦੇ ਮੁੱਦੇ ਤੇ ਮਸਲੇ ਤੇ ਬੇਅਦਬੀ ਦੇ ਇਨਸਾਫ ਤੇ ਰਾਜਨੀਤੀ ਕਰੂਗਾ ਉਹ ਬਖਸ਼ਿਆ ਨਹੀਂ ਜਾਣਾ, ਚਾਹੇ ਕੋਈ ਵੀ ਹੋਵੇ। ਪਰਮਾਤਮਾ ਦੀ ਦਰਗਾਹ 'ਚ ਉਹਨੂੰ ਇਹਨਾਂ ਅਦਾਲਤਾਂ 'ਚੋਂ ਮੁਕਤ ਹੋ ਸਕਦਾ, ਪਰ ਉਤਲੀ ਅਦਾਲਤ 'ਚ ਸਜ਼ਾ ਜ਼ਰੂਰ ਮਿਲੂਗੀ। ਪ੍ਰੋਫੈਸਰ ਬਲਜਿੰਦਰ ਸਿੰਘ ਨੇ ਕਿਹਾ ਸੀਗਾ ਜੀ ਜੇ ਬਰਗਾੜੀ ਜਿਹੜਾ ਮਸਲਾ ਹੈ 4 ਸਾਲਾਂ ਬਾਅਦ ਇਲੈਕਸ਼ਨਾਂ ਲਾਗੇ ਲੈ ਕੇ ਉਹਨੂੰ ਅੱਗੇ ਆਉਣਾ, ਇਹ ਇਸ ਤਰ੍ਹਾਂ ਲੱਗਦਾ ਜਿਵੇਂ ਕਿਸਾਨੀ ਮੋਰਚੇ ਨੂੰ
ਧਿਆਨ ਹਟਾਉਣ ਵਾਸਤੇ ਇਹ ਜਿਹੜਾ ਪ੍ਰਕਰਨ ਅੱਗੇ ਲੈ ਕੇ ਆਂਦਾ ਗਿਆ ਤਾਂ ਕਿ ਲੋਕਾਂ ਦਾ ਧਿਆਨ ਕਿਸਾਨੀ ਮੋਰਚੇ ਤੋਂ ਹਟ ਕੇ ਮੈਨੂੰ ਤਾਂ ਇੱਧਰ ਆ ਉਹ ਪ੍ਰੋਫੈਸਰ ਦਾ ਮੈਨੂੰ ਪਤਾ ਨਹੀਂ, ਤੁਹਾਡੇ ਨਾਲ ਇਹ ਤੇ ਮੈਨੂੰ ਪਤਾ ਲੱਗਿਆ, ਮੈਨੂੰ ਤਾਂ ਪਤਾ ਨਹੀਂ ਉਹਦਾ ਯੋਗਦਾਨ ਕੀ ਹੈ ਕਿਸਾਨੀ ਸੰਘਰਸ਼ ਲਈ। ਅਸੀਂ ਤਾਂ ਸਿੰਘੂ ਬਾਰਡਰ ਤੇ ਵੀ ਜਾ ਕੇ ਆਏ, ਟਿੱਕਰੀ ਬਾਰਡਰ ਤੇ ਵੀ ਜਾ ਕੇ ਆਏ, ਮੈਡੀਕਲ ਕੈਂਪ ਵੀ ਲਾਏ, ਲੰਗਰ ਵੀ ਲਾਏ, ਸੰਯੁਕਤ ਕਿਸਾਨ ਮੋਰਚੇ ਦੀ ਸਟੇਜ ਤੇ ਵੀ ਬੋਲੇ, ਲੋਕਾਂ ਨੂੰ ਵੀ ਤੋਰਿਆ। ਆ ਸਾਡੇ ਯੋਧੇ ਖੜੇ ਆ ਜਿਨ੍ਹਾਂ ਨੇ ਟਰਾਲੀਆਂ ਉੱਥੇ ਲਾ ਛੱਡੀਆਂ ਤੇ ਉੱਥੇ ਮਹੀਨਾ ਲਾ ਕੇ ਆਏ ਆ। ਮੈਨੂੰ ਤਾਂ ਉਹਦਾ ਪਤਾ ਨਹੀਂ ਹੈ। ਇਹ ਬਿਆਨਬਾਜ਼ੀ ਸਰਕਾਰ ਵੱਲੋਂ ਜਾਣਬੁੱਝ ਇਹ ਕੇ ਬਿਆਨਬਾਜ਼ੀ ਕਰਨ ਵਾਲੇ ਤੇ ਬਹੁਤ ਨੇ, ਬਹੁਤ ਇਸ ਤਰ੍ਹਾਂ ਦੇ ਤੁਰੇ ਫਿਰਦੇ। ਕਿਹਦਾ ਜਵਾਬ ਦਿੱਤਾ ਜਾਊਗਾ। ਸਤਿਕਾਰ ਸਭ ਦਾ ਕਰਦੇ, ਸਨਮਾਨ ਕਰਦੇ ਤੇ ਸਭ ਨੂੰ ਬੇਨਤੀ ਕਰਦੇ ਆ ਕਿ ਰਾਜਨੀਤੀ ਛੱਡੋ, ਘਟੀਆ ਬਿਆਨਬਾਜ਼ੀ ਦੀਆਂ ਗੱਲਾਂ ਛੱਡੋ, ਆਓ ਇਨਸਾਫ ਦੀ ਲੜਾਈ ਲੜੀਏ ਸਾਰੇ। ਰਹੀ ਗੱਲ ਕਿਸਾਨ ਮੋਰਚੇ ਦੀ, ਉਹਦੇ ਲਈ ਹਮੇਸ਼ਾ ਗੁਰੂ ਰਾਮਦਾਸ ਦੇ ਦਰ ਤੇ ਅਰਦਾਸ ਕਰਦੇ ਆ ਕਿ ਉਹ ਮੋਰਚਾ ਸਫਲਤਾ ਨਾਲ ਸਮਾਪਤ ਹੋਵੇ ਤੇ ਜਿੱਤ ਦੇ ਜਕਾਰੇ ਲਾਉਂਦੇ ਕਿਸਾਨ ਘਰਾਂ ਨੂੰ ਆਉਣ। ਇਹ ਜੀ ਆਪਣਾ ਕੁੰਵਰ ਵਿਜੇ ਪ੍ਰਤਾਪ ਜੀ ਵੱਲੋਂ ਲੋਕਾਂ ਵੱਲੋਂ ਕਿਹਾ ਜਾ ਰਿਹਾ ਵੀ ਉਹ ਕਿਸੇ ਨੂੰ ਪਾਰਟੀ ਨਹੀਂ ਜੁਆਇਨ ਕਰੇ ਜਾਂ ਰਾਜਨੀਤੀ 'ਚ ਆਉਣਗੇ, ਤੁਹਾਡਾ ਉਹਦੇ ਬਾਰੇ ਕੀ? ਦੇਖੋ, ਹਰ ਬੰਦੇ ਨੂੰ ਹੱਕ ਆ ਜਿਹੜਾ ਭਾਰਤ ਦਾ ਵਸਿੰਦਾ, ਹਰ ਬੰਦਾ ਇਲੈਕਸ਼ਨ ਲੜ ਸਕਦਾ। ਬਾਦਲਾਂ ਨੇ ਤੇ ਕੈਪਟਨ ਨੇ ਠੇਕਾ ਲਿਆ ਕਿ ਉਹੀ ਰਾਜਨੀਤੀ ਕਰ ਸਕਦੇ ਆ। ਹਰੇਕ ਬੰਦੇ ਦਾ ਹੱਕ ਆ, ਕੋਈ ਅਸੀਂ ਅੱਜ ਉਹਦਾ ਸਨਮਾਨ ਕੀਤਾ, ਉਹਨੇ ਜੋ ਕੁਝ ਕੀਤਾ। ਕੱਲ੍ਹ ਨੂੰ ਉਹ ਭਾਵੇਂ ਅਕਾਲੀ ਦਲ ਵੱਲੋਂ ਲੜੇ, ਭਾਵੇਂ ਉਹ BJP ਵੱਲੋਂ ਲੜੇ, ਭਾਵੇਂ ਝਾੜੂ ਵੱਲੋਂ ਲੜੇ ਤੇ ਭਾਵੇਂ ਕਾਂਗਰਸ ਵੱਲੋਂ ਲੜੇ, ਸਾਨੂੰ ਕੋਈ ਨਹੀਂ ਉਹਦੀ ਆਜ਼ਾਦੀ। ਅਸੀਂ ਇੰਨਾ ਜ਼ਰੂਰ ਕਹਿਣਾ ਚਾਹਾਂਗੇ ਕਿ ਪੰਥ ਨੇ, ਇਨਸਾਫ ਪਸੰਦ ਲੋਕਾਂ ਨੇ ਐਡਾ ਵੱਡਾ ਇਨਸਾਫ ਆਪਣਾ ਜਿਹੜਾ ਸਨਮਾਨ ਦਿੱਤਾ ਵਾ, ਉਹਨੂੰ ਜ਼ਰੂਰ ਖਿਆਲ 'ਚ ਰੱਖਣ ਤੇ ਇਨਸਾਫ ਦੀ ਲੜਾਈ 'ਚ ਸਾਥ ਦੇਣ। ਬੇਅਦਬੀ ਦਾ ਇਨਸਾਫ ਹਰ ਬੰਦਾ, ਜ਼ਰੂਰੀ ਨਹੀਂ ਕੋਈ ਅਹੁਦੇ ਤੇ ਰਹਿ ਕੇ ਹੀ ਕਰ ਸਕਦਾ, ਪਾਸੇ ਰਹਿ ਕੇ ਵੀ ਲੜਾਈ ਲੜੀ ਜਾ ਸਕਦੀ ਹੈ। ਬਾਕੀ ਸਿਆਸਤ, ਰਾਜਨੀਤੀ ਹਰੇਕ ਦਾ ਹੱਕ ਆ, ਜਿਹੜਾ ਮਰਜ਼ੀ ਇਲੈਕਸ਼ਨ ਲੜੇ। ਕਿਸੇ ਦਾ ਪਿਓ ਦਾਦੇ ਦੀ ਜ਼ਗੀਰ ਨਹੀਂ ਆ ਕਿ ਉਹਨਾਂ ਨੇ ਠੇਕਾ ਲਿਆ। ਸੰਘਰਸ਼ ਵਿੱਢਿਆ ਜਾਵੇਗਾ ਜੀ? ਕੋਈ ਸੰਘਰਸ਼ ਜਾਰੀ ਆ ਜੀ, ਸਾਰਿਆਂ ਨਾਲ ਮੀਟਿੰਗਾਂ ਚੱਲ ਰਹੀਆਂ ਨੇ। ਤਿੱਖਾ ਸੰਘਰਸ਼ ਜਿਹੜਾ ਜਲਦੀ ਐਲਾਨ ਕੀਤਾ ਜਾਊਗਾ। 1 ਜੂਨ ਨੂੰ ਵੱਡਾ ਇਕੱਠ ਜਿਹੜਾ ਬਰਗਾੜੀ 'ਚ ਕੀਤਾ ਜਾਊਗਾ। ਜੇਕਰ ਇਸੇ ਤਰ੍ਹਾਂ ਕਰੋਨਾ ਦਾ ਚੱਲਦਾ ਰਿਹਾ ਤੇ ਵਰਚੁਅਲ ਤਰੀਕੇ ਦੇ ਨਾਲ, ਜਿਸ ਤਰੀਕੇ ਨਾਲ ਅੱਜ ਵੀ ਕੋਵਿਡ-19 ਨੂੰ ਸਾਹਮਣੇ ਰੱਖ ਕੇ ਸੰਗਤਾਂ ਦਾ ਇਕੱਠ ਨਹੀਂ ਕੀਤਾ, ਸਿਰਫ ਜਥੇਬੰਦੀਆਂ ਤੇ ਮਹਾਂਪੁਰਸ਼ ਆਗੂਆਂ ਦਾ ਇਕੱਠ ਕੀਤਾ ਸੀਗਾ, ਇਸੇ ਤਰ੍ਹਾਂ ਇਹ ਜਿਹੜਾ ਹੈਗਾ ਸੰਘਰਸ਼ ਜਿਹੜਾ ਹੈ ਅੱਗੇ ਜਿਸ ਤਰ੍ਹਾਂ ਦਾ ਹਾਲਾਤ ਹੋਏ, ਤਿੱਖਾ ਸੰਘਰਸ਼ ਜਿਹੜਾ ਸਰਕਾਰ ਦੇ ਖਿਲਾਫ ਵਿੱਢਿਆ ਜਾਊਗਾ। ਇਨਸਾਫ ਦੀ ਲੜਾਈ ਅਧੂਰੀ ਆ, ਉਹ ਜੇ ਪੂਰੀ ਨਹੀਂ ਹੋਈ। ਦਿੱਤਾ ਮੈਂ ਦੇਖੋ, ਸਭ ਤੋਂ ਪਹਿਲਾਂ ਸ੍ਰੀ ਦਰਬਾਰ ਸਾਹਿਬ ਜੀ ਦੇ ਵਿੱਚ ਮੱਥਾ ਟੇਕ ਕੇ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਆਗੇ ਨਤਮਸਤਕ ਹੋ ਕੇ ਮੈਂ ਇੱਥੇ ਆਇਆ। ਮੈਨੂੰ ਬਹੁਤ ਚੰਗਾ ਮਹਿਸੂਸ ਹੋਇਆ, ਅੱਛਾ ਲੱਗਿਆ ਕਿ ਜੋ ਮੈਂ ਕੀਤਾ। मैं नहीं कह सकता हाँ कि हाँ, मैं क्लेम नहीं करता हाँ कि मैं कोई कुर्बानी की थी नौकरी छड़ के, लेकिन मेरी नौकरी गई श्री गुरु ग्रंथ साहब जी की सेवा करते हुए। मैनू इस चीज़ का बहुत मान है कि श्री गुरु ग्रंथ साहब जी की सेवा करते हुए अपनी नौकरी छड़ दी, अपनी नौकरी गंवा दी। मैनू कोई अफसोस नहीं है, मैनू बहुत मान है इस गल का कि श्री गुरु ग्रंथ साहब जी की सेवा करते हुए मेरी नौकरी चली गई। ये तो सिर्फ नौकरी है। जदों मैं इन्वेस्टिगेशन शुरू किया सी, मैनू ये भी पता सी कि मेरी नौकरी भी जा सकती है, मेरी जान भी जा सकती है, क्योंकि तुहानू पता है कि दोषी जड़े ने, मैं उन्हों का ना ही नहीं लेंदा। असल दोषी जड़े ने वो बहुत ही इन्फ्लुएंशियल, बहुत ही पावरफुल, बहुत ही पैसे वाले ने, वो सब कुछ खरीद सकते हैं। उन्होंने इस मुल्क के संविधान की भी हत्या करा दी है, मर्डर कराया है मुल्क दे। उन्होंने जो लोग देखो गुरु ग्रंथ साहिब जी की बेअदबी करवा सकते हैं, वो संविधान की हत्या करवा दी, कोई बहुत बड़ी गल उन्होंने वास्ते नहीं है। लेकिन मैनू उम्मीद सीगी कि जो संविधान के रखवाले सीगे वो जरूर इंसाफ करेंगे, लेकिन इंसाफ मिलिया नहीं। मैनू ये भी आज इत्थे कहते हुए कोई भी मैनू हेजिटेशन नहीं है, हैरानी नहीं है। देखो इस केस दे विच देखो तुसी जो कानून है ना साडा, ये जड़ा कानून है कॉलोनियल लॉ है, कॉलोनियल लॉ अंग्रेजी कानून जिन्होंने असीं कहते हैं। अंग्रेजी कानून के तहत इस केस दे विच इंसाफ नहीं होना है, हो ही नहीं सकता है अंग्रेजी कानून के तहत। ये मेरा दावा है। दूसरा मैं ये कहूँगा, देखो कि जो री इन्वेस्टिगेशन की गल कर रहे हैं, दोबारा इन्वेस्टिगेशन, तुसी एक सीट बना लो, 2 बना लो, CBI ले आओ, तुसी जो मर्जी ले आओ, री इन्वेस्टिगेशन हो नहीं सकता है। टाइम पास जरूर होगा, लोगों को मूर्ख जरूर बनाया जाएगा। दूसरी गल यह है कि जो चलान मैं दिता सी, जो रिपोर्ट, ना तो वो रिपोर्ट सरकार नू गई सी, कई लोगों को भुलेखा है कि ये रिपोर्ट सरकार नू दिती गई सी, ना ही ये रिपोर्ट मानयोग हाई कोर्ट दे विच दाखिल हुई सी। साडी रिपोर्ट 9 चलाना दे रूप दे विच फरीदकोट दी मानयोग जिला अदालत दे विच दाखिल की गई सी। उन्हां 9 चलाना चो 5 चलान जड़े ने उन्हां नू क्वैश कर दिता गया है, खारिज किया गया है। 4 चलान हुण भी जिंदा ने,
ठीक है कि नहीं। लेकिन मैं ये कहूँगा हाँ कि देखो जो रिपोर्ट दी गई है वो रिपोर्ट मानयोग जिला अदालत फरीदकोट दे विच है। मैनू ये पता नहीं है कि वो रिपोर्ट किस तरह मतलब बिना रिपोर्ट देखे हुए जो फैसला आया है, मैं फैसला ना तो पढ़िया हाँ ना मैनू पढ़ना है ना ही मतलब मैनू उस दी लोड़ है। मैनू पहला तो पता सी, ठीक है, इस दे बारे पहला तो पता सी, ਤੇ मैं उस दे उत्ते कोई किंतु परंतु नहीं करना चाहता हाँ, कोई किंतु परंतु नहीं। जो फैसला आया है मानयोग हाई कोर्ट का जो फैसला है उस दे नाल मैनू कोई भी सुनो तो सही ਜੇ ਤੁਸੀਂ ਰਿਪੋਰਟ ਇਨੀ ਤਨਦੇਹੀ ਦੇ ਨਾਲ ਬਣਾਈ ਸੀ ਤਾਂ ਕੋਰਟ ਨੇ ਖਾਰਜ ਕਿਉਂ ਕੀਤੀ? मेरी गल तो सुनो, मैं तो जो ऑर्डर आया है ऑर्डर दे उत्ते कोई भी मैं बयान नहीं देना चाहता हाँ, उस दे उत्ते कोई भी मैं तर्क वितर्क असी नहीं करना चाहता हाँ, क्योंकि साडे मुल्क का जो कानून है वो इस चीज़ की इजाजत नहीं देता है। लेकिन इन्वेस्टिगेशन मेरे वालों सुनो, इन्वेस्टिगेशन मेरे वालों 2 साल तक की गई है, पूरी ट्रांसपेरेंट इन्वेस्टिगेशन रही है। एक एक लाइन जो है ना अपने आप दे विच सबूत है, ठीक है। तुसी जो सवाल किया कि खारिज क्यों हो गया मैनू नहीं पता है। जेकर मानयोग जिला अदालत सैशन अदालत फरीदकोट वालों साडे गवाहां दा बयान लिया जांदा, साडे वालों जो सबूत उत्थे पेश किए गए हैं उन्हां सबूतां नूं देख के गवाहां दा बयान दे के जो कुछ भी फैसला आउंदा सानू मंजूर सी। लेकिन साडे गवाहां दा बयान नहीं होया, मैनू मौका नहीं मिलिया कि अपने गवाहां नूं अदालत दे सन्मुख पेश कर सका। मैनू मौका नहीं मिलिया कि जो अदालत दे विच असीं सबूत पेश कीते हाँ वो जो सबूत ने उन्हां सबूतां नूं वेखिया नहीं गया, क्योंकि निपटारा इहदा होना है फरीदकोट दी जिला अते सैशन अदालत दे विच। मैं दोबारा ये कहना चाहता हाँ कि कोई भी व्यक्ति उस चलान दे किसी भी पहलू दे उत्ते मेरे नाल डिस्कस करना चाहता है, जनतक तौर पे व्यक्तिगत तौर पे आके डिस्कस कर सकता है। एक एक लाइन उस चलान दा जो लिखिया गया है वो गुरु गोबिंद सिंह जी दी कृपा दे नाल लिखिया गया है। मेरे अंदर वो काबिलियत नहीं सीगी कि मैं इस तरीके दी इन्वेस्टिगेशन कर सकदा सी। जो इन्वेस्टिगेशन होया है गुरु गोबिंद सिंह जी महाराज की कृपा दे नाल होया है। तो कोई भी व्यक्ति जेकर चाहता है, कोई भी कानून का जानकार होवे, किसी नूं भी बहुत हंकार होवे, वो मेरे नाल आके डिस्कस कर सकता है। मेरी गल सुनो, जो बेअदबी करवा सकते ने गुरु ग्रंथ साहिब जी की बेअदबी करवा सकते ने, ठीक है कि नहीं, वो कुछ भी कर सकते ने, मैनू कोई परवाह नहीं है कोई स्टेटस नहीं है। हुण मैं दोबारा आज दा जिहड़ा सन्मान समारोह है, मैं देखो मैं ये दावे दे नाल कह सकता हाँ कि मानयोग जथेदार श्री दादूवाल साहब दे नाल मेरी आज पहली मुलाकात इत्थे हो रही है। आप जी ने भी मीडिया दे विच बयान दिता सी कि कोई मुलाकात नहीं है। ये असी श्री हरमंदिर साहिब जी दे सामने आज पहली मुलाकात हुई है। इन्हां दी रहनुमाई दे विच सारे संत समाज दे लोग, संत महापुरुष वख-वख धर्मां दे वख-वख संप्रदावां दे सारे संत महापुरुष आए ने। मैं इन्हां सारिਆਂ ਦਾ मैं धन्नवाद करदा हाँ। एक ऐसे तरीके का सन्मान मैनू उस फरीदकोट दे विच दिता गया सी 2004 दे विच, जो गुरुद्वारा साहिब है सालाना समागम हुंदा है हर साल। एक सन्मान समारोह उत्थे होया सी। तुसी देखोगे बहुत वड्डा योगदान रहा उस सन्मान का कि मैं इस केस नूं, क्योंकि जदों मैं फैसला लिया कि वड्डियां दे उत्ते हाथ पा ही देना है, तो वो सन्मान मैनू उसे फरीदकोट का बार फरीदकोट दे विच बैठे हुए मैनू याद आ रहा सी कि ऐसे फरीदकोट दे विच मैनू सन्मान मिलिया है। वो ऑनेस्टी का सन्मान सी। मैं कहा कि चलो जी चक दो काम, जेकर तुसी नहीं करोगे कोई होर नहीं कर सकता है। हुण सुनो मेरी गल सुनो, आज जो सन्मान इत्थे मिलिया होया है, मैनू नहीं पता है कि जो उस 2004 वाला सन्मान इत्थे तक लेके आया तो ये सन्मान मेरे हत्थे की करवाएगा मैनू पता नहीं है। लेकिन जो सन्मान हुंदा है, देखो एक सन्मान देने वाले का हाथ साफ होना चाहिए है तो लेने वाले का किरदार भी होना चाहिए है, ठीक है। तो इस करके कईयां ने किंतु परंतु भी की। मैं कहा कि नहीं मैं जावांगा, क्योंकि सन्मान देने वाले का हाथ जेकर साफ है ना तो सन्मान लेन दे विच ते मेरा किरदार साफ है। मैं श्री हरमंदिर साहिब जी के सामने श्री गुरु ग्रंथ साहिब जी नूं हाजिर नाजिर जान के ये वादा करदा हाँ कि जो सन्मान मैनू मिल रहा है तो मैं अपने इस किरदार नूं होर आगे तक ले जावांगा।
समाज की सेवा करांगा। ये जो इंसाफ की लड़ाई है देखो आज तो शुरू हो रही है। ये ना समझो कि मैं नौकरी छड़ दी तो मतलब काम बहुत लोग खुश हो रहे हैं कि मैं नौकरी छड़ दी। ਇਹ ਗੁਰੂ ਮਹਾਰਾਜ ਦਾ ਹੁਕਮ ਆਇਆ ਕਿ ਹੁਣ ਇਹ ਨੌਕਰੀ ਤੁਸੀਂ ਛੱਡੋ, ਨੌਕਰੀ ਦੇ ਵਿੱਚ ਰਹਿ ਕੇ ਤੁਸੀਂ ਕਮਜ਼ੋਰ ਹੋ ਗਏ ਹੋ ਤੇ ਇਹ ਕਮਜ਼ੋਰੀ ਤੁਸੀਂ ਛੱਡ ਦਿਓ। ਮੈਂ ਇਸ ਆਈਪੀਐਸ ਦੀ ਨੌਕਰੀ ਨੂੰ ਛੋਟਾ ਨਹੀਂ ਸਮਝਦਾ ਹਾਂ ਤੇ ਨਹੀਂ ਮੈਂ ਕੋਈ ਜਜ਼ਬਾਤ ਦੇ ਵਿੱਚ ਆ ਕੇ ਛੱਡਿਆ। ਇੱਕ ਜੰਗ ਦੀ ਸ਼ੁਰੂਆਤ ਵਾਸਤੇ ਉੱਪਰੋਂ ਮੈਨੂੰ ਆਦੇਸ਼ ਆਇਆ, ਉੱਪਰੋਂ ਆਦੇਸ਼ ਆਇਆ, ਗੁਰੂ ਮਹਾਰਾਜ ਦਾ ਆਦੇਸ਼ ਆਇਆ, ਮੈਂ ਇਹ ਨੌਕਰੀ ਛੱਡ ਦਿੱਤੀ। 22 ਸਾਲਾਂ ਦੀ ਇਸ ਨੌਕਰੀ ਦੇ ਦੌਰਾਨ ਮੈਂ ਸਿਰਫ ਸੰਘਰਸ਼ ਕੀਤਾ, ਸਿਰਫ ਸਟਰਗਲ ਕੀਤਾ ਜੀ। तो उस स्ट्रगल ਦੇ ਨਾਲ ਜੋ ਕੁਝ ਵੀ ਮੈਨੂੰ ਪ੍ਰਾਪਤ ਹੋਇਆ ਬਹੁਤ ਵੱਡਾ ਸਟਰਗਲ ਕਰਾਂਗੇ। ਪੰਜਾਬ ਨੂੰ ਬਹੁਤ ਹੀ ਪ੍ਰੋਗਰੈਸਿਵ ਪੰਜਾਬ ਬਣਾਵਾਂਗੇ। ਜੋ ਤੁਸੀਂ ਜੋ ਦੇਖ ਰਹੇ ਹੋ ਨਾ, ਜਦ ਵੇਖਦੇ ਆਏ ਹੋ ਇਹ ਨਸ਼ਿਆਂ ਤਸਕਰਾਂ ਵਾਲਿਆਂ ਦਾ ਜੋ ਮੰਨ ਲਓ ਇੱਕ ਮੀਡੀਆ ਕਿਸੇ ਦੇ ਕੋਲ ਹੈ, ਇੱਕ ਹੋਰ ਅੰਬਾਨੀਆਂ ਦਾ ਮੀਡੀਆ ਹੈ ਜੋ ਇਹਨਾਂ ਨੇ ਗੋਦ ਲਿਆ ਹੋਇਆ ਹੈ। ਇਹਨੂੰ ਮੈਂ वादा करता हाँ कि यदा नाम रहेगा पंजाब टेलीविजन नेटवर्क। ये सरकारी टेलीविजन नेटवर्क होगा जी, सरकारी टेलीविजन। ये जिन्ना चिर बोल रहे ने इन्हों बोल लें दो जो कुछ भी बोल रहे ने, ये दोष लगा रहे ने उन्होंने लगा लें दो, लेकिन ये सारे टेलीविजन सरकारी टेलीविजन जनता के नेटवर्क बन जाएंगे। इन्हों 2 4 6 8 महीना होर कर लें दो, ठीक है कि नहीं। सारे तुहाडे सवालों का जवाब हौली हौली देखो। मेरी गल सुनो, जंग की शुरुआत हो रही है, मैनू क्यों पूछ रहे हो? जो हुक्म आएगा ना ऊपरों जिसने आदेश, मेरी गल सुनो, मैनू नहीं पता है, मेरी गल सुनो। तुसी नशा दे तस्दे थोक व्यापारी ने नशिया दे पंजाब दे विच 6वां दरिया बहा दिता, तुसी उन्हां दी गल कर रहे हो। नहीं मेरी गल सुनो ना, तुसी उन्हां दी गल कर रहे हो। मेरी गल तो सुनो, जिन्हां ने नशिया दा दरिया बहाया है पंजाब दे विच, नौजवानी बर्बाद की है, जिन्हां दा टेलीविजन नेटवर्क चलता है, तुसी उन्हां दी जुबानी तुसी बोल रहे हो, उन्हां दी गल कर रहे हो। मैं तो बार बार यही कर रहे हैं कि ये नेटवर्क ही खत्म हो जाना है, सरकारी नेटवर्क बन जाएगा, जनता का नेटवर्क बन जाएगा। जनता की आवाज़ सब तो ऊपर रहेगी, क्योंकि जनता की आवाज़ दे विच परमात्मा की आवाज़ होंदी है, तो परमात्मा की आवाज़ ही ऊपर रहेगी। जो मैनू ऊपरों आदेश आएगा परमात्मा वालों, मैं वही कहूँगा। आज की तारीख के विच मैं इस तो अलावा होर कुछ नहीं कर सकता। इंसाफ मिलेगा जी, इंसाफ मिलेगा। इंसाफ वास्ते जंग देखो मैं बार बार यही कहना चाहता हाँ कि मैं जो नौकरी तो इस्तीफा दिता तो कोई थक हार के नहीं दिता। एक इंसाफ वास्ते जंग की शुरुआत करने वास्ते मैं इस्तीफा दिता सी। इंसाफ मिलेगा, तुसी देख लेना, इंसाफ मिलेगा। सियासी पार्टी में रह के तुहाडे कोल इंसाफ दिता जाएगा। मैं देखो तुसी कोई भी सवाल इस तरह का ना करो, ठीक है ना जी। इस तरह का मैं बार बार यही कह रहा कि जो मैनू ऊपर आदेश आएगा, मालिक परमेश्वर सब तो बड़ा है, जो वो मैनू आदेश करेगा समाज की भलाई वास्ते, ठीक है ना, इंसाफ वास्ते एक नवा पंजाब बनूगा जी। एक नवा पंजाब तुसी देखोगे जो आज तो 100 साल 150 साल पहला जो पंजाब सीगा ना, वो पंजाब तुसी देखोगे। महाराजा रणजीत सिंह जी के बारे तुसी सुनिया होगा, उस तो पहला भी तुसी देखो पंजाब बहुत ही मतलब उन्नत पंजाब सीगा, बहुत ही वधिया तुसी सोच सकते सी, ठीक है कि नहीं। ते जो उस तरह का पंजाब बनूगा वो सारे ऐसे मिल के करेंगे, ठीक है ना।